ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਤੇ ਪੰਜਾਬ ਵੀਡੀਓਜ਼ 'ਚ ਤੁਹਾਡਾ ਬਹੁਤ ਸਵਾਗਤ ਹੈ। ਤੇ ਮੈਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਨੀ ਤੇ ਮੇਰੇ ਮੰਮੀ, ਤੇ ਅੱਜ ਅਸੀਂ ਐਕਸਪੀਰੀਅੰਸ ਸ਼ੇਅਰ ਕਰਾਂਗੇ ਮੰਮੀ ਹੋਣਾ ਦਾ ਕਿ ਜਿਵੇਂ ਇਹਨਾਂ ਦੇ USA ਦੇ ਵੀਜ਼ੇ ਲੱਗੇ ਸੀ, ਉਹ ਐਕਸਪੀਰੀਅੰਸ ਕਿਵੇਂ ਸੀ, ਕਿਸ ਤਰੀਕੇ ਨਾਲ ਮੰਮੀ ਯਾਰੀ ਉੱਥੇ ਗਏ ਤੇ ਕਿਸ ਤਰੀਕੇ ਨਾਲ ਵੀਜ਼ਾ ਆਫਿਸਰ ਨਾਲ ਸਾਹਮਣਾ ਹੋਇਆ ਤੇ ਕਿਸ ਤਰੀਕੇ ਨਾਲ ਵੀਜ਼ਾ ਮਿਲਿਆ। ਸੋ ਭੂਮਿਕਾ ਥੋੜੀ ਜੀ ਮੈਂ ਇਹਦੀ ਬੰਨ ਦਿੰਦਾ ਆ, ਕਿਉਂਕਿ ਮੈਂ ਸੀਨੀਅਰ ਵੀਜ਼ਾ ਕੰਸਲਟੈਂਟ ਹੀ ਹਾਂ। ਕਾਫੀ ਸਾਲਾਂ ਤੋਂ ਪਰਮਾਤਮਾ ਨੇ ਮੈਨੂੰ ਇਹ ਜਿਹੜੀ ਡਿਊਟੀ ਮੈਨੂੰ ਬਖਸ਼ੀ ਹੈ ਤੇ ਮੈਂ ਉਹਦੇ ਵਿੱਚ ਕੰਮ ਕਰ ਰਿਹਾ ਹਾਂ। ਸੋ ਮੈਂ ਤੁਹਾਨੂੰ ਥੋੜਾ ਸ਼ੇਅਰ ਕਰਦਾ ਜਾਵਾਂਗਾ, ਨਾਲੇ ਤੁਹਾਡਾ ਵੀ ਮੋਟੀਵੇਸ਼ਨ ਲੈਵਲ ਵਧੇਗਾ ਕਿ ਜੇ ਇਹਨਾਂ ਨੂੰ ਮਿਲ ਸਕਦਾ ਤਾਂ ਹਰ ਇੱਕ ਨੂੰ ਮਿਲ ਸਕਦਾ ਹੈ। ਸੋ ਸਾਰਾ ਐਕਸਪੀਰੀਅੰਸ ਬੜਾ ਜਿਹੜਾ ਉਹ ਬੜਾ ਮਜ਼ੇ ਵਾਲਾ ਸੀਗਾ ਤੇ ਉਹ ਐਕਸਪੀਰੀਅੰਸ ਅੱਜ ਆਪਾਂ ਸ਼ੇਅਰ ਕਰਾਂਗੇ। ਸੋ ਦੋਸਤੋ ਗੱਲ ਹੈ ਦੇ 2015 ਜਾਂ 14 ਦੀ ਹੈ ਨਾ, ਹਾਂ ਇੰਨੀ ਗੱਲ ਹੈ 2014 ਜਾਂ 15 ਦੀ। ਉਦੋਂ ਕੀ ਹੋਇਆ ਕਿ ਯੈਸ ਸਾਡਾ ਕੰਮ ਚੱਲਿਆ ਸੀਗਾ, ਇੱਥੇ ਅਸੀਂ ਘਰੇ ਬੈਠੇ ਤੇ ਸਡਨਲੀ ਨਾ ਮੰਮੀ ਉਹਨਾਂ ਦੇ ਦਿਲ 'ਚ ਗੱਲ ਆਈ ਕਿ ਆਪਾਂ US ਦਾ ਵੀਜ਼ਾ ਅਪਲਾਈ ਕਰਨਾ ਹੈ ਤੇ ਉਹ ਇਨਵੀਟੇਸ਼ਨ ਤੇ ਫਲਾਣਾ ਦੇ ਦੇਗਾ ਤੇ ਕੰਮ ਹੋ ਜਾਏਗਾ। ਤੇ ਜਿਹੜਾ ਇਨਵੀਟੇਸ਼ਨ ਵਾਲਾ ਬੰਦਾ ਸੀਗਾ, ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀਗਾ ਜਦੋਂ ਇਮੀਗ੍ਰੇਸ਼ਨ ਦਾ ਇਹਨਾਂ ਨੇ ਅਪਲਾਈ ਕਰਨ ਵਾਸਤੇ USA ਦਾ ਵੀਜ਼ਾ ਅਪਲਾਈ ਕਰਨ ਵਾਸਤੇ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਮੇਰਾ ਕੋਈ ਦੋਸਤ ਸੀਗਾ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ, ਤੇ ਉਹਨੇ ਸਭ ਜਵਾਬ ਦਿਖਾਏ ਕਿ ਕੋਈ ਨਹੀਂ ਤੁਸੀਂ ਆ ਜਾਓ ਤੇ ਨੋ ਪ੍ਰੋਬਲਮ ਬ੍ਰਦਰ, ਤੇ ਤੁਸੀਂ ਮੇਰੇ ਕੋਲ ਜੋ ਵੀ ਤੁਹਾਨੂੰ ਹੈਲਪ ਚਾਹੀਦੀ ਆ ਅਸੀਂ ਵੈਸੇ ਹੀ ਬੈਠੇ ਆ ਨਾ, ਚਲੋ ਲਾ ਦਾਂਗੇ ਕੋਈ ਗੱਲ ਨਹੀਂ। ਆਪਣਾ ਦੋਸਤ ਹੈਗਾ, ਮਾਣ ਹੁੰਦਾ ਨਾ ਇੱਕ ਦੋਸਤ ਤੇ। ਪਰ ਜਦੋਂ ਅਸੀਂ ਲਾਣ ਲੱਗੇ ਤੇ ਉਹ ਬੰਦਾ ਥੋੜਾ ਜਿਹਾ ਇਸ ਤਰੀਕੇ ਨਾਲ ਮਨਾ ਕਰ ਗਿਆ ਕਿ ਨਹੀਂ ਮੈਂ ਇਨਵੀਟੇਸ਼ਨ ਨਹੀਂ ਦੇ ਸਕਦਾ, ਤੁਹਾਡੇ ਮੰਮੀ ਡੈਡੀ ਇੱਥੇ ਆ ਜਾਣਗੇ, ਮੈਂ ਸਾਂਭ ਲਾਂਗਾ। ਹਾਲਾਂਕਿ ਮੇਰੇ ਜਿਹੜੇ ਮਮ ਡੈਡ ਹੈ ਇਹ ਗਵਰਨਮੈਂਟ ਜੌਬ 'ਚੋਂ ਰਿਟਾਇਰਡ ਨੇ, ਡੈਡੀ ਕਲਾਸ 1 ਆਫਿਸਰ ਸੀ, ਵਧੀਆ ਮਤਲਬ ਹਾਈਲੀ ਪੇਡ ਪੈਨਸ਼ਨਰੀ ਨੇ ਤੇ ਬਹੁਤ ਵਧੀਆ ਸੈਲਰੀਜ਼ ਹੁੰਦੀਆਂ ਸੀ ਇਹਨਾਂ ਦੀਆਂ, ਤੇ ਇਹਨਾਂ ਨੇ ਵਾਪਸ ਆ ਹੀ ਜਾਣਾ ਸੀ, ਉੱਥੇ ਇਹਨਾਂ ਦਾ ਰਹਿਣ ਦਾ ਮਤਲਬ ਹੀ ਨਹੀਂ ਸੀਗਾ। ਤੇ ਇਹ ਵੈਸੇ ਵੀ ਸਾਨੂੰ ਇਹ ਸੀਗਾ ਵੀ ਚਲੋ ਜ਼ਿੰਦਗੀ ਟਰਾਈ ਲੈਣੀ ਤਾਂ ਕਿਸੇ ਵਧੀਆ ਕੰਟਰੀ 'ਚ ਲਈਏ, ਵੀ ਆ ਛੋਟੀ ਕੰਟਰੀਆਂ 'ਚ ਕੀ ਫਾਇਦਾ ਆ। ਤੇ ਉਹ ਜਦੋਂ ਫਿਰ ਉਹਨਾਂ ਨੇ ਟੋਟਲੀ ਡਿਨਾਈ ਕਰਤਾ ਤੇ ਸਰਦਾਰ ਸਾਹਿਬ ਨੇ, ਤੇ ਉਹ ਜਦ ਸ਼ਾਇਦ ਕਿਤੇ ਸੁਣਦੇ ਹੋਣਗੇ, ਚਲੋ ਕੋਈ ਨਹੀਂ, ਤੇ ਮਨ ਬੜਾ ਦੁਖਿਆ ਤੇ ਫਿਰ ਦਿਲ ਦੇ ਵਿੱਚ ਇਹ ਵੀ ਆਇਆ ਵੀ ਚੱਲ ਕੋਈ ਨਹੀਂ ਮਨਾ, ਵੀ ਹੁਣ ਤਾਂ ਜੇਦਾ ਫਿਰ ਹੈ ਨਾ, ਵੀ ਇੱਕ ਵਾਰੀ ਤਾਂ ਫਿਰ ਟਰਾਈ ਲੈਣੀ ਵੀ ਵਧੀਆ। ਫਿਰ ਹੋਰ ਵੀ ਜਗ੍ਹਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਕੀ ਜਗ੍ਹਾ ਇੰਨੇ ਰਿਲੇਸ਼ਨਸ ਉਸ ਤਰੀਕੇ ਦੇ ਨਹੀਂ ਹੁੰਦੇ ਕਿ ਆਪਾਂ ਇੰਨੇ ਹੱਕ ਨਾਲ ਕਿਸੇ ਨੂੰ ਗੱਲ ਜਤਾ ਸਕੀਏ ਜਾਂ ਕਹਿ ਸਕੀਏ। ਫਿਰ ਆਪ ਹੀ ਬੀੜਾ ਚੱਕਿਆ। ਉਸ ਟਾਈਮ ਹਾਲਾਤ ਇਹ ਸੀਗੇ ਕਿ ਵੱਡੀ ਇਨਵੈਸਟਮੈਂਟ ਕਿਸੇ ਪਾਸੇ ਲੱਗ ਚੁੱਕੀ ਸੀ ਹੈ ਨਾ, ਤੇ ਆਈ ਥਿੰਕ ਮਤਲਬ ਉਸ ਟਾਈਮ ਥੋੜ੍ਹਾ ਜਿਹਾ ਔਖਾ ਸੀ ਸਿਚੁਏਸ਼ਨ ਤੇ, ਲੇਕਿਨ ਮੰਮੀ ਉਹਨਾਂ ਨੇ ਹੌਸਲਾ ਦਿੱਤਾ ਵੀ ਸਨੀ ਅਪਲਾਈ ਕਰਨਾ ਤਾਂ ਕਰਨਾ ਹੀ ਹੈ। ਫਿਰ ਜੀ ਕਿ ਮੈਂ ਤੇ ਮੇਰੇ ਬਹੁਤ ਅੱਛੇ ਮਿੱਤਰ ਨੇ ਚੰਡੀਗੜ੍ਹ ਤੋਂ, ਮਿਸਟਰ ਪਵਨ ਗੁਪਤਾ, ਉਹਨਾਂ ਨੇ ਰਲ ਕੇ ਸੋ ਦਿੱਤੀ ਅਪੁਆਇੰਟਮੈਂਟ, ਸਾਰਾ ਕੁਝ ਅਸੀਂ ਕਰਕੇ, ਤੇ ਈਵਨ ਸਾਨੂੰ ਯਾਦ ਹੈ ਸਾਡੇ ਕੋਲ ਕੈਸ਼ ਉਸ ਟਾਈਮ ਨਹੀਂ ਸੀ ਹੈ ਨਾ, ਤੇ ਇਹ ਹੈ ਨਹੀਂ ਸੀਗਾ, ਨਾ ਮਾਤਰ ਹੀ ਸੀਗਾ। ਫਿਰ ਇਹ ਕੀਤਾ ਕਿ ਅਸੀਂ ਆਲ ਆਫ ਸਡਨ ਮਤਲਬ ਕਿਸੇ ਤਰੀਕੇ ਦਾ ਜਿੱਦਾਂ ਪਰਮਾਤਮਾ ਹੈ ਨਾ ਸਿਸਟਮ ਬਣਾਉਂਦਾ, ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿਸੇ ਨਾਲ, ਤੇ ਮੈਂ ਉਹ ਸੋਰਸ ਨਹੀਂ ਰਿਲੀਜ਼ ਕਰ ਸਕਦਾ ਔਰ ਰਿਵੀਲ ਕਰ ਸਕਦਾ, ਕਿਉਂਕਿ ਉਹ ਸੋਰਸ ਥੋੜ੍ਹਾ ਜਿਹਾ ਹਿਡਨ ਹੈ। ਤੇ ਕਿਸੇ ਨੂੰ ਕਹਾ ਕਿ ਮੈਨੂੰ ਪਤਾ ਵੀ ਇੱਕ ਦਿਨ ਲਈ ਕਿਸੇ ਕੋਲ ਫੰਡ ਆਏ ਹੋਏ ਉਹਨਾਂ ਨੇ ਸਾਨੂੰ ਦਿੱਤੇ ਤੇ ਮੈਂ ਚੱਕੇ ਮੈਂ ਪਾਏ ਅਕਾਊਂਟ ਦੇ ਵਿੱਚ, ਤੇ ਉਹ ਪੈਸੇ ਮੈਂ ਪਾ ਕੇ ਤੇ ਮਤਲਬ ਬੈਲੈਂਸ ਕਢਾਇਆ ਸੀਗਾ ਨਾ ਉਸ ਟਾਈਮ 'ਚ। ਤੇ ਪਰ ਫਿਰ ਕੀ ਹੋਇਆ ਕਿ ਉਸ ਤੋਂ ਬਾਅਦ ਜਦੋਂ ਥੋੜ੍ਹਾ ਸਮਾਂ ਲੰਘਿਆ ਤੇ ਲੇਕਿਨ ਇਹ ਨਹੀਂ ਸੀਗਾ ਕਿ ਫਾਈਨੈਂਸ਼ੀਅਲੀ ਸਾਊਂਡ ਨਹੀਂ ਸੀਗੇ, ਬਟ ਉਸ ਟਾਈਮ ਇਨਵੈਸਟਮੈਂਟ ਕਿਸੇ ਹੋਰ ਪਾਸੇ ਸੀਗੀ। ਸੋ ਚਲੋ ਉਹ ਵੀ ਜ਼ਰੂਰੀ ਸੀ ਹੈ ਨਾ, ਜਿਵੇਂ ਵੀ ਲਾਇਆ ਜੁਗਾੜ।
ਤੇ ਉਹ ਲੈ ਕੇ ਤੇ ਸੀਏ ਰਿਪੋਰਟਾਂ ਮਾੜੀ ਮੋਟੀਆਂ ਆਪ ਬਣਾ ਲਈਆਂ ਇੱਧਰੋਂ ਉੱਧਰੋਂ, ਤੇ ਪਰਮਾਤਮਾ ਦਾ ਨਾਂ ਲੈ ਕੇ ਜਿਹਨੂੰ ਥਿਆਉਂਦੇ ਆ, ਗੁਰੂ ਸਾਹਿਬ ਨੂੰ, ਜਿਹੜੇ ਸਾਡੇ ਪੀਰੋ ਮੁਰਸ਼ਿਦ ਨੇ, ਤੇ ਉਹਨਾਂ ਦਾ ਅਸੀਂ ਨਾਮ ਲੈ ਕੇ ਚੱਲੇ। ਤੇ ਮੈਂ ਸੀ, ਮੰਮਾ ਸੀ, ਮੈਨੂੰ ਥੋੜੀ ਸਮੱਸਿਆ ਸ਼ੁਰੂ ਤੋਂ ਰਹਿੰਦੀ ਹੈ, ਪੇਟ ਦੀ ਕਾਫੀ ਸਮੱਸਿਆ, ਬੜੀਆਂ ਮੈਂ ਦਵਾਈ ਨੂੰ ਲੈ, ਲੇਕਿਨ ਮੇਰੀ ਸੈਟਿੰਗ ਨਹੀਂ ਆਉਂਦੀ। ਮੈਂ ਘਰੇ ਵੀ ਜਾਂ ਲੋਕਲੀ ਠੀਕ ਰਹਿੰਦਾ, ਬਾਹਰ ਜਾ ਕੇ ਮੈਨੂੰ ਥੋੜੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ। ਸੋ ਮੈਨੂੰ ਲੱਗਦਾ ਅਸੀਂ ਗੱਡੀ 'ਤੇ ਚਲੇ ਗਏ ਤੇ ਮੰਮੀ ਹੁਣਾਂ ਦਾ ਉਸ ਟਾਈਮ ਲੱਤਾਂ ਉਹ ਹੈਗੀਆਂ ਸਨ, ਪਰ ਅੱਜ ਦੇ ਹਾਲਾਤਾਂ ਕਾਫੀ ਠੀਕ ਸਨ। ਸੋ ਅਸੀਂ ਚਲੇ ਗਏ ਜੀ, ਤੇ ਉੱਥੇ ਜਦੋਂ ਗਏ ਤੇ ਪ੍ਰਮਾਤਮਾ ਦੀ ਮਤਲਬ ਮੇਰੇ ਨਾਲ ਅਸੀਂ ਨਹਿਰੂ ਗੇਟ ਸੀ ਜਾਂ ਕਿੱਥੇ ਸੀਗਾ ਜਿੱਥੇ ਬਾਇਓਮੈਟ੍ਰਿਕਸ ਹੁੰਦੇ ਸੀ, ਹਾਂ ਉੱਥੇ ਹੀ ਸੀਗੇ ਦਿੱਲੀ ਦੇ ਵਿੱਚ। ਤੇ ਉਹ ਅਸੀਂ ਉੱਥੇ ਜਦੋਂ ਬਾਇਓਮੈਟ੍ਰਿਕਸ ਕਰਾਏ, ਤੇ ਮੇਰਾ ਦੋਸਤ ਸੀ ਉੱਥੇ, ਬਹੁਤ ਵਧੀਆ ਮਿੱਤਰ ਪਿਆਰੇ ਸੀਗੇ, ਸੰਦੀਪ ਸਿੰਘ, ਤੇ ਉਹਨਾਂ ਦੇ ਕੋਲ ਅਸੀਂ ਰਹੇ। ਤੇ ਉਹਨੇ ਵਿਚਾਰੇ ਨੇ ਵਧੀਆ ਵੈਲਕਮ ਕੀਤਾ, ਤੇ ਫਿਰ ਅਸੀਂ ਹੋਟਲ ਲਏ ਉੱਥੇ, ਜਿਵੇਂ ਸੈਟਿੰਗ ਕੀਤੀ। ਤੇ ਉਸ ਮੇਰਾ ਵਧੀਆ ਮਿੱਤਰ ਸੀ, ਨਹੀਂ ਹੈ ਵੀ ਹੈ, ਕੁਝ ਸਰਕਮਸਟੈਂਸਿਸ ਹੋ ਗਈਆਂ ਕਿ ਉਸ ਤੋਂ ਬਾਅਦ ਪਤਾ ਨਹੀਂ ਕੁਝ ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਅਦਰਵਾਈਜ਼ ਹੀ ਇਜ਼ ਸੋ ਗੁੱਡ। ਤੇ ਉਹਦੀ ਇਮੋਸ਼ਨਲ ਸਪੋਰਟ ਸੀ ਉੱਥੇ। ਚਲੋ ਅਸੀਂ ਘੁੰਮੇ ਫਿਰੇ, ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪਰਮਾਤਮਾ ਦੀ ਐਸੀ ਚਲੋ ਮਿਹਰ ਹੋਈ ਸੀ, ਸ਼ਾਮ ਨੂੰ ਘੁੰਮੇ ਫਿਰੇ, ਤੇ ਸਾਨੂੰ ਟੈਨਸ਼ਨ ਵੀ ਬਹੁਤ ਜ਼ਿਆਦਾ, ਤੇ ਫਿਰ ਨਾ ਕੁਐਸਚਨਸ ਕੱਢੇ ਸੀ, ਤੇ ਕੁਐਸਚਨਸ ਕੱਢ ਕੇ ਮੈਂ ਡੈਡੀ ਨੂੰ ਦੱਸੇ ਵੀ ਜੇ ਤੁਹਾਨੂੰ ਕੋਈ ਪੁੱਛੇ ਤੇ ਕੀ ਜਾਣਾ। ਹੁਣ ਮੈਨੂੰ ਤਾਂ ਯਾਦ ਨਹੀਂ, ਲੇਕਿਨ ਉਸ ਟਾਈਮ ਥੋੜ੍ਹਾ ਜਿਹਾ ਮੈਨੂੰ ਯਾਦ ਸੀਗਾ ਨਾ ਕਿ ਆਪਾਂ ਆਹ ਤੁਸੀਂ ਕਰ ਲੈਣਾ, ਇੱਥੋਂ ਆ ਜਾਣਾ, ਥੋੜ੍ਹਾ ਜਿਹਾ ਰੂਟ ਉਸ ਟਾਈਮ ਆਪਾਂ ਬਣਾਏ ਹੋਏ ਸੀਗੇ। ਸੋ ਉਹ ਫਿਰ ਉਹਨਾਂ ਨੂੰ 3-4 ਚੀਜ਼ਾਂ ਉਸ ਟਾਈਮ ਰਟਾਈਆਂ, ਜਾਂ ਆਪਾਂ ਉਹਨਾਂ ਨੂੰ ਜਿੰਨੇ ਕੁ ਨੌਲੇਜ ਸੀ ਆਪਾਂ ਨੂੰ। ਹਾਂਜੀ। ਤੇ ਫਿਰ ਰਾਤ ਰਹੇ ਜੀ, ਰਾਤ ਨੂੰ ਚਲੋ ਸਵੇਰੇ ਤਿਆਰ ਤੇ ਹੋਏ ਚਾਹ ਦੇ ਨਾਲ, ਤੇ ਗੱਡੀ 'ਤੇ ਪਹੁੰਚੇ, ਤੇ ਚਣਕੀਆਪੁਰੀ, ਤੇ ਮੈਂ ਤੇ ਬਹਿ ਗਿਆ ਬਾਹਰ ਆਰਾਮ ਦੇ ਨਾਲ, ਤੇ ਮੈਂ ਆਪਣੇ ਪੀਰੋ ਮੁਰਸ਼ਦ ਦਾ ਨਾਮ ਜਪਣ ਲੱਗਿਆ, ਅਰਦਾਸ ਕਰਨ ਲੱਗਿਆ, ਇਹ ਪ੍ਰਮਾਤਮਾ ਕਿ ਤੂੰ ਹੀ ਹੈ, ਤੇ ਤੂੰ ਹੀ ਦੇਣੀ ਹੈ, ਤੇ ਕੁਝ ਸਿਫਤ ਜਿਹਦਾ ਸਿਹਰਾ ਉਹਨੂੰ ਦੇਣਾ ਚਾਹੀਦਾ, ਤੇ ਸਾਡਾ ਤਾਂ ਕੁਛ ਨਹੀਂ ਵੀ ਐਤਕੀ ਜਿਨ੍ਹਾਂ ਨੇ ਕੁਛ ਦਿਖਾਇਆ ਸੀ ਵੀ ਕੁਛ ਨਹੀਂ, ਮਤਲਬ ਹੈ ਨਾ, ਬਸ ਇਹ ਹੈ ਵੀ ਇੱਕ ਵਾਰੀ ਦੇਣਾ, ਜਾਏ ਜਾਵੇ ਨਾ ਜਾਏ ਵੱਖਰੀ ਗੱਲ ਆ। ਤੇ ਮੰਮੀ ਡੈਡੀ ਜਦੋਂ ਉੱਥੇ ਗਏ, ਤੇ ਅੱਗੇ ਨਾ ਬੰਦੇ ਬੜੇ ਤੁਹਾਨੂੰ ਐਕਸਪੀਰੀਅੰਸਡ ਮਿਲਣਗੇ, ਜਿਹੜੇ ਕਈ ਵਾਰ ਟਰਾਈ ਲੈ ਕੇ ਆਏ ਹੁੰਦੇ ਨੇ। ਸੋ ਇੱਕ ਬੰਦਾ ਉਹਨੇ ਯੂਰਪ 'ਚ ਚੰਗੀਆਂ ਉਹਦੀਆਂ ਫੈਕਟਰੀਆਂ, ਉਹ ਬੰਦਾ ਡੈਡੀ ਨੂੰ ਦੱਸਣ ਲੱਗਿਆ ਤੁਸੀਂ ਕੀ ਲਾਇਆ ਕੀ ਨਹੀਂ ਲਾਇਆ, ਐ ਨਹੀਂ ਐਂ ਚਲਾਓ, ਐ ਨਹੀਂ ਐਂ ਚਲਾਓ। ਉਹ ਜਦੋਂ ਡੈਡੀ ਹਰੀ ਜਦੋਂ ਕਹਿੰਦੇ ਦੇਖੀ ਜਾਏਗੀ, ਅੰਦਰ ਚਲੇ ਗਏ। ਉਹ ਜਿਵੇਂ ਉਹ ਵਿਚਾਰੇ ਕਹਿੰਦੇ ਸੀ ਡੈਡੀ ਹਰੀ ਕਰਨ ਲੱਗ ਗਏ, ਤੇ ਅੰਦਰ ਜਾ ਕੇ ਡੈਡੀ ਦੀ ਫਾਈਲ ਛੁੱਟ ਗਈ ਬਿਲਕੁਲ ਵੀਜ਼ਾ ਆਫਿਸਰ ਦੇ ਕੋਲ ਜਾ ਕੇ। ਉਹ ਕੋਈ ਕਾਗਜ਼ ਸੱਜੇ ਜੀ, ਕੋਈ ਖੱਬੇ, ਕੋਈ ਕਿਤੇ ਹੈ ਨਾ। ਹਾਂਜੀ, ਮੈਂ ਨਾਲ ਹੀ ਹਾਂ। ਤੇ ਉਹ ਜਦੋਂ ਫਿਰ ਇਹਨਾਂ ਨੇ ਚੱਕਿਆ, ਕਲੈਕਟ ਕੀਤਾ ਸਾਰਾ ਕੁਝ ਉੱਥੋਂ, ਇੱਕ ਡਾਕੂਮੈਂਟ ਫੜ ਕੇ ਆ, ਇੱਥੋਂ ਫੜ ਲਿਆ, ਇੱਥੋਂ ਫੜ ਲਿਆ, ਤੇ ਉਹ ਹੱਥ ਕੰਮ ਦੇ ਕਮਾਉਂਦੇ ਨੇ, ਹੈ ਨਾ ਡੈਡੀ ਨੇ। ਤੇ ਵੀਜ਼ਾ ਆਫਿਸਰ ਤੇ ਇੱਦਾਂ ਟੇਬਲ 'ਤੇ ਜਾਂ ਜਿਹੜਾ ਕਾਊਂਟਰ ਹੁੰਦਾ ਉੱਥੇ ਫਾਈਲ ਮਤਲਬ ਜਿੱਦਾਂ ਰੱਖਣ ਲੱਗੇ, ਤਾਂ ਉਹਨਾਂ ਨੇ ਫਿਰ ਪਾਸਪੋਰਟ ਜਿੱਦਾਂ ਮੰਗਦੇ ਨੇ, ਹੈ ਨਾ, ਵੀ ਤੁਸੀਂ ਆਪਣੀ ਤਰ੍ਹਾਂ ਪਾਸਪੋਰਟ ਦਿਖਾਓ, ਜਾਂ ਨਾਮ ਲੈ ਕੇ ਬੁਲਾਉਂਦੇ ਨੇ। ਤੇ ਉਹ ਫਿਰ ਜੋ ਵੀ ਡਾਕੂਮੈਂਟ ਉੱਥੇ ਉਹਨਾਂ ਨੇ ਮੰਗਿਆ, ਇਹਨਾਂ ਨੇ ਪ੍ਰੋਡਿਊਸ ਕਰਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ 1-2 ਕੁਐਸਚਨਸ ਪੁੱਛੇ, ਉਹ ਮੰਮੀ ਦੱਸਣਗੇ। ਮੈਨੂੰ ਯਾਦ ਹੈ ਕਿ ਕੀ ਕੁਐਸਚਨਸ ਪੁੱਛੇ ਜੋ ਉਹਦੇ ਡੈਡੀ ਨੇ ਪੁੱਛੇ ਨੇ, ਉਹ ਤੋਂ ਜ਼ਿਆਦਾ ਉਹ ਤਾਂ ਮੈਨੂੰ ਯਾਦ ਹੈ। ਤੁਹਾਨੂੰ ਮੈਨੂੰ ਤੇ ਉਹਨਾਂ ਨੇ ਬਸ ਜੀ ਇੱਕ ਚੀਜ਼ 1-2 ਹੀ ਪੁੱਛੀਆਂ ਨੇ ਵੀ ਤੁਸੀਂ ਕੀ ਕਰਦੇ ਹੋ ਜੀ ਕੰਮ। ਮੈਂ ਹਾਊਸ ਵਾਈਫ ਹਾਂ, ਤੇ ਡੈਡੀ ਦੀਆਂ 2 ਹੀ ਗੱਲਾਂ 3 ਹੀ ਪੁੱਛੀਆਂ ਨੇ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਇਸ ਮਹਿਕਮੇ 'ਚ ਆਉਣਾ, ਇਸ ਤਰ੍ਹਾਂ ਅਫਸਰ ਰਿਟਾਇਰ ਹੋਇਆ ਵਾਂ। ਤੇ ਉਹਨਾਂ ਨੇ ਫਾਈਲ ਵੀ ਨਹੀਂ ਚੱਜ ਨਾਲ ਚੈੱਕ ਕੀਤੀ ਵੀ ਇਹ ਪੈਨਸ਼ਨਦਾਰ ਵਧੀਆ ਅਫਸਰ ਰਿਟਾਇਰ ਨੇ, ਤੇ ਇਹਨਾਂ ਦਾ ਚਿਹਰਾ ਵੇਖ ਕੇ ਬਸ ਉਹਨਾਂ ਦੀ ਕੋਈ ਲੋੜ ਹੀ ਨਹੀਂ ਹੈਗੀ। ਨਹੀਂ ਉਸ ਟਾਈਮ ਕੀ ਹੋਇਆ, ਕੁਐਸਚਨਸ ਉਹਨਾਂ ਨੇ ਪੁੱਛੇ, ਤੇ ਡੈਡੀ ਨੂੰ ਇੱਕੋ ਹੀ ਕੁਐਸਚਨ ਪੁੱਛਿਆ ਨਾ ਕਿ ਲਾਈਕ ਵਾਈ ਡੂ ਯੂ ਵਾਂਟ ਟੂ ਗੋ ਟੂ USA। ਤੇ ਡੈਡੀ ਦੇ ਮਤਲਬ ਇੱਕੋ ਦਮ ਦਿਮਾਗ ਦੇ ਵਿੱਚ ਇਹਦਾ ਜਵਾਬ ਆ ਗਿਆ, ਕਹਿੰਦੇ ਕਿ USA ਇਜ਼ ਦਾ ਬੈਸਟੈਸਟ ਕੰਟਰੀ ਆਫ ਦਿਸ ਵਰਲਡ। ਜਾਂ ਉਹਨਾਂ ਨੇ ਇਹ ਨਹੀਂ ਸੀ ਕਿਹਾ, ਉਹਨਾਂ ਨੇ ਕਿਹਾ ਸੀਗਾ ਲਾਈਕ ਐਜ਼ ਵੀ ਆਰ ਗੋਇੰਗ ਥਰੂ ਦ ਲਾਸਟ ਫੇਸ ਆਫ ਆਵਰ ਲਾਈਫ
and we want to see the bestest country of this world which is USA। ਉਹ ਕੁਦਰਤੀ ਉਹਨਾਂ ਨੇ ਇਸ ਤਰੀਕੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅੱਗੇ ਉਹ ਇੰਨਾ ਆਨਸਰ ਉਹਨਾਂ ਨੂੰ ਸੂਟੇਬਲ ਲੱਗਿਆ ਤੇ ਇਨਸਟੈਂਟ ਹੈ ਨਾ ਪ੍ਰੋਮਪਟ ਇੱਕ ਆਨਸਰ ਆਉਂਦਾ ਜਿਵੇਂ ਕੋਈ ਪੁੱਛਦਾ ਤੇ ਉਹ ਕੋਈ ਪਹਿਲਾਂ ਸੋਚਿਆ ਨਹੀਂ ਸੀ ਤੇ ਉਹਨਾਂ ਨੇ ਕਿਹਾ ਓਕੇ ਮਿਸਟਰ ਸਿੰਘ ਤੇ ਉਹਨਾਂ ਨੇ ਪਾਸਪੋਰਟ ਲਏ ਤੇ ਮੰਮੀ ਹਰਾਂ ਨੂੰ ਤੇ ਇਹਨਾਂ ਨੂੰ ਵੀਜ਼ੇ ਦਿੱਤੇ ਬਟ ਉਹ ਆਏ ਸਾਡੇ ਮੁਰਸ਼ਦ ਕਾਮਲ ਦੀ ਵਜ੍ਹਾ ਦੇ ਨਾਲ ਸੀਗੇ। ਮੈਂ ਬਾਹਰ ਉਹਨਾਂ ਨੂੰ ਅਰਦਾਸ ਕਰ ਰਿਹਾ ਸੀਗਾ ਵੀ ਤੂੰ ਹੀ ਆ ਜਾਂ ਹੈ ਹੀ ਉਹੀ ਸੀਗਾ। ਔਰ ਉੱਥੇ ਤੁਸੀਂ ਮੰਨੋਗੇ ਨਹੀਂ ਜਿਹੜਾ ਬੰਦਾ ਇੰਨੀਆਂ ਵੱਡੀਆਂ ਕੰਪਨੀਆਂ ਲੈ ਕੇ ਬੈਠਾ ਸੀ ਇਹਨਾਂ ਨਾਲ ਸਾਰਾ ਕੁਛ ਉਹਨਾਂ ਦਾ ਕਿਸੇ ਨੇ ਮਤਲਬ ਕੁਛ ਵੀ ਨਹੀਂ ਪੁੱਛਿਆ ਉਹ ਬੈਸਦਾ ਹੀ ਰਹਿ ਗਿਆ। ਉਹਨਾਂ ਨੂੰ ਵੀਜ਼ੇ ਨਹੀਂ ਮਿਲੇ। ਇੱਕ ਲੇਡੀ ਉੱਥੇ ਹੋਰ ਆਈ ਸੀ ਉਹ ਬੜਾ ਅਜੂਬਾ ਸੀਗਾ ਉਹਦਾ 16 ਵਾਰ ਰਿਜੈਕਟ ਹੋਇਆ ਸੀ ਵੀਜ਼ਾ। ਇੱਕ ਬਿਲਕੁਲ ਰਾ ਹੈਂਡ ਇੱਕ ਘੱਟ ਪੜ੍ਹੀ ਲੇਡੀ ਸੀਗੀ ਤੇ ਉਹ ਪਤਾ ਨਹੀਂ ਉਹਦੇ ਹਸਬੈਂਡ ਕਿਹੜੇ ਹਾਲਾਤਾਂ 'ਚ ਬਾਹਰ ਪੱਕਾ ਹੋਇਆ ਸੀ ਆਈ ਡੋਂਟ ਨੋ ਪਤਾ ਨਹੀਂ ਕੌਣ ਸੀਗਾ ਲੇਕਿਨ ਉਹਨੂੰ 17ਵੀਂ ਵਾਰ ਉਹਨੂੰ US ਦਾ ਵੀਜ਼ਾ ਮਿਲ ਗਿਆ ਸੀਗਾ ਤੇ ਉੱਥੇ ਜਿਹੜਾ ਫਿਰ ਜਿਨ੍ਹਾਂ ਨੂੰ ਵੀਜ਼ਾ ਮਿਲ ਜਾਂਦਾ ਫਿਰ ਉਹਨੂੰ ਵਿਆਹ ਵਰਗੇ ਚਾਅ ਚੜ੍ਹਦੇ ਨੇ। ਸੋ ਮੈਂ ਆਪਣੇ ਮੁਰਸ਼ਦ ਕਾਮਿਲ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਫਿਰ ਅਰਦਾਸ ਕੀਤੀ ਚੰਗੀ ਤਰ੍ਹਾਂ ਤੇ ਮੈਂ ਸ਼ੁਕਰਾਨਾ ਕੀਤਾ। ਸੋ ਆਪਣੀ ਮੇਰੀ ਸ਼ਰਧਾ ਉੱਥੇ ਪੂਰੀ ਹੈ ਤੇ ਮੇਰੀ ਅੱਜ ਵੀ ਹੈ ਤੇ ਮੈਂ ਉਹਨਾਂ ਨੂੰ ਜਦੋਂ ਵੀ ਉੱਥੇ ਆ ਕੇ ਚੀਜ਼ ਕਰਦਾ ਹਾਂ ਤਾਂ ਮੇਰਾ ਤਾਂ ਜੀ ਮੁਕੰਮਲ ਹੁੰਦੀ ਹੈ ਅੱਜ ਤੱਕ ਹੋਈ ਹੈ ਤੇ ਅੱਗੇ ਵੀ ਸ਼ਾਇਦ ਮੇਰੀ ਇੱਦਾਂ ਹੀ ਹੁੰਦੀਆਂ ਰਹਿਣਗੀਆਂ। ਸੋ ਇਹ ਜਿਹੜਾ ਇੰਪੋਸੀਬਲ ਸਾਡਾ ਸਫ਼ਰ ਸੀਗਾ ਇਹ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਕੋਈ ਵੀ ਜਾਏਗਾ ਤੇ ਆ 2-4 ਕੁਐਸਚਨਸ ਉੱਥੇ ਉਹਨਾਂ ਨੂੰ ਬੋਲ ਦੇਗਾ ਤਾਂ ਆਨਸਰ ਨਹੀਂ ਜਿਹੜੇ ਸਾਹਮਣੇ ਬੰਦੇ ਬੈਠੇ ਹੁੰਦੇ ਨੇ ਉਹ ਬਹੁਤ ਵੱਡੇ ਐਗਜ਼ਾਮੀਨਰ ਤੁਸੀਂ ਲੈ ਲਓ ਕਿ ਬਹੁਤ ਵੱਡੇ ਲੈਵਲ ਦੇ ਜਾਂ ਸਕੈਨਰਸ ਲੈ ਲਓ ਕਿ ਸਕੈਨਰਸ ਐਡੇ ਤਕੜੇ ਲੈਵਲ ਦੇ ਹੁੰਦੇ ਨੇ ਕਿ ਤੁਹਾਨੂੰ ਉੱਪਰੋਂ ਲੈ ਕੇ ਥੱਲੇ ਤੱਕ ਪੀ ਜਾਂਦੇ ਨੇ। ਉਹਨਾਂ ਦਾ ਰੋਜ਼ ਦਾ ਇੱਕ ਮਿੰਟ ਦਾ 30 ਸਕਿੰਟ ਦਾ ਐਕਸਪੀਰੀਅੰਸ ਹੈ ਬੰਦਿਆਂ ਦਾ। ਸੋ ਤੁਸੀਂ ਇਹ ਸੋਚੋ ਕਿ ਆਪਣੀ ਬੁੱਧੀ ਦੇ ਨਾਲ ਤੁਸੀਂ ਕੁਝ ਕਰ ਜਾਓਗੇ ਇਹ ਪੋਸੀਬਲ ਹੈ ਨਹੀਂ। ਫਿਰ ਉਸ ਤੋਂ ਬਾਅਦ ਜਦੋਂ ਉਹ ਸਾਰਾ ਮਤਲਬ ਉਸ ਤੋਂ ਰਵਾਨਗੀ ਹੋਈ ਤੇ ਫਿਰ ਜਦੋਂ ਅਸੀਂ ਫੋਨ ਲਾਇਆ ਮੇਰੇ ਦੋਸਤ ਨੂੰ ਮੇਰੇ ਐਸੋਸੀਏਟ ਪਾਰਟਨਰ ਨੂੰ ਪਵਨ ਨੂੰ ਤੇ ਹੈ ਨਾ ਮੈਂ ਕਿਹਾ ਵੀ ਇਸ ਤਰ੍ਹਾਂ ਸਿਸਟਮ ਹੋਇਆ ਤੇ ਪਵਨ ਬਹੁਤ ਖੁਸ਼ ਆਇਆ ਕਹਿੰਦੇ ਯਾਰ ਬਹੁਤ ਖੁਸ਼ੀ ਦੀ ਗੱਲ ਉਹਨਾਂ ਦੇ ਹੈ ਨਾ ਵੀਜ਼ੇ ਆਏ। ਫਿਰ ਜਦੋਂ ਮੈਂ ਇੱਥੇ ਆਏ ਵਾਪਸ ਜਿਹਦੀ ਪੇਮੈਂਟ ਸੀਗੀ ਉਹਦੀ ਪੇਮੈਂਟ ਜਦੋਂ ਮੈਂ ਵਾਪਸ ਮੋੜ ਕੇ ਦਿੱਤੇ ਨਾਲ ਮੈਂ ਡੱਬਾ ਲੈ ਗਿਆ ਸਾਰੇ ਹੈਰਾਨ ਵੀ ਇਹ ਕਿਸ ਤਰੀਕੇ ਦੇ ਨਾਲ ਇੱਦਾਂ ਹੈ ਨਾ ਐਡਾ ਵੱਡਾ ਸਿਸਟਮ ਹੋਇਆ। ਸੋ ਉਸ ਮੇਰਾ USA ਦੇ ਵਿੱਚ ਦਾ ਐਕਸਪੀਰੀਅੰਸ ਕਾਫੀ ਹੈ ਕੈਨੇਡਾ ਤੇ US ਦੇ ਵਿੱਚ ਐਕਸਪੀਰੀਅੰਸ ਅੱਛਾ ਹੈਗਾ ਤੇ ਮੈਂ ਮਤਲਬ ਤੁਹਾਨੂੰ ਦੱਸਣਾ ਚਾਹੂੰਗਾ ਜਦੋਂ US ਦਾ ਤੁਸੀਂ ਵੀਜ਼ਾ ਅਪਲਾਉਣਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ 2-2 ਮਹੀਨੇ ਇੰਟਰਵਿਊ ਦੀ ਤਿਆਰੀ ਕਰੋ। ਨਹੀਂ ਜੋ ਤੁਸੀਂ ਤੋਤੇ ਵਾਂਗੂ ਕੁਛ ਉੱਥੇ ਚੀਜ਼ ਬੋਲੋਗੇ ਉਹਨਾਂ ਨੇ ਇਹ ਫੜ ਲੈਣੀ। ਦੂਸਰੀ ਚੀਜ਼ ਇਹ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੰਗਲਿਸ਼ ਇੰਟਰਵਿਊ ਦੋਗੇ ਤਾਂ ਤੁਹਾਡੇ ਨੰਬਰ ਜ਼ਿਆਦਾ ਬਣਨਗੇ ਪੰਜਾਬੀ 'ਚ ਨਹੀਂ। ਜਿਸ ਚੀਜ਼ 'ਚ ਤੁਹਾਨੂੰ ਈਜ਼ ਮਹਿਸੂਸ ਹੁੰਦਾ ਈਜ਼ੀ ਅਪਰੋਚ ਹੈ ਉਹਨਾਂ ਨੂੰ ਇਸ ਤਰੀਕੇ ਦਾ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਹਾਈਲੀ ਪ੍ਰੀਪੇਅਰਡ ਹੋ ਕੇ ਆਏ ਹੋ। ਉਹਨਾਂ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਜਿਵੇਂ ਵੀ ਬੰਦਾ ਆ ਜਿਵੇਂ ਘਰ ਰਹਿੰਦਾ ਜਿਹੋ ਜਿਹਾ ਮਾਹੌਲ ਹੈ ਹੁਣ ਸਪੋਜ਼ ਕਰੋ ਇੱਕ ਪਿੰਡ ਦਾ ਮੁੰਡਾ ਆ ਕੇ ਉੱਥੇ ਇੰਗਲਿਸ਼ ਬੋਲੇਗਾ ਉਹ ਸਾਊਂਡ ਗੁੱਡ ਨਹੀਂ ਲੱਗੂਗੀ। ਹਾਂ ਜੇ ਕੋਈ ਚੰਡੀਗੜ੍ਹ ਜਾਂ ਬੈਂਗਲੌਰ ਤੋਂ ਮੁੰਡਾ ਜਾ ਰਿਹਾ ਪਤਾ ਵੀ ਉੱਥੇ ਜਿਹੜੀ ਫਸਟ ਲੈਂਗੁਏਜ ਸੈਕਿੰਡ ਲੈਂਗੁਏਜ ਵੀ ਇੰਗਲਿਸ਼ ਮਤਲਬ ਜ਼ਿਆਦਾ ਯੂਜ਼ ਹੁੰਦੀ ਅਦਰ ਦੈਨ ਸਟੇਟ ਲੈਂਗੁਏਜ ਤੇ ਉਹ ਬੰਦੇ ਜਦੋਂ ਉਸ ਲੈਂਗੁਏਜ ਗੱਲ ਕਰਦੇ ਨੇ ਤਾਂ ਉਹ ਉਹਨਾਂ ਨੂੰ ਠੀਕ ਲੱਗਦਾ ਹੈ ਕਿ ਹਾਂ ਵੀ ਹੋ ਸਕਦਾ। ਨਾਲੇ ਉਹਨਾਂ ਦਾ ਐਕਸੈਂਟ ਵੀ ਇੱਕ ਫਲੋ ਨਾਲ ਆਉਂਦਾ ਹੈ ਸਾਨੂੰ ਐਫਰਟਸ ਮਾਰਨੀਆਂ ਪੈਂਦੀਆਂ ਨੇ। ਸੋ ਇਹ ਕੋਈ ਇੰਟਰਵਿਊ ਨਹੀਂ ਹੁੰਦੀ ਕਿ ਵੀ ਸ਼ੁੱਡ ਪ੍ਰੂਵ ਆਵਰਸੈਲਫ ਹੈ ਨਾ ਤੇ ਇੱਦਾਂ ਦਾ ਕੁਛ ਨਹੀਂ ਹੈਗਾ ਲਾਈਕ ਵੀ ਹੈਵ ਟੂ ਮਤਲਬ ਪ੍ਰੂਵ ਕਿ ਦੈਟ ਵੀ ਹੈ ਨਾ ਨੋ ਹਾਊ ਟੂ ਸਪੀਕ ਇੱਦਾਂ ਨਹੀਂ। ਤੁਹਾਨੂੰ ਸਿਰਫ ਜੋ ਤੁਹਾਡਾ ਉੱਥੇ ਜਾਣ ਦਾ ਮੰਤਵ ਹੈ ਤੁਹਾਡਾ ਜੋ ਉੱਥੇ ਜਾਣ ਦਾ ਮੋਟਿਵ ਹੈ ਉਹ ਤੁਹਾਨੂੰ ਕਲੀਅਰ ਕਰਨਾ ਉਹਨਾਂ ਨੂੰ ਚਾਹੇ ਤੁਸੀਂ ਪੰਜਾਬੀ ਦੇ 2 ਵਰਡਸ 'ਚ ਕਲੀਅਰ ਕਰ ਦਿਓ ਤੇ ਉਹਨਾਂ ਨੂੰ ਚੀਜ਼ ਜੱਜਣੀ ਚਾਹੀਦੀ ਹੈ। ਸੋ ਸਭ ਤੋਂ ਵੱਡਾ ਜਿਹੜੇ 'ਚ ਕਿਰਪਾ ਹੁੰਦੀ ਹੈ ਉਹ ਪ੍ਰਮਾਤਮਾ ਦੀ ਹੁੰਦੀ ਹੈ ਮਾਲਕ ਦੀ ਹੁੰਦੀ ਹੈ ਤੁਹਾਡੇ ਗੁਰੂ ਦੀ ਹੁੰਦੀ ਹੈ ਜਿਹੜਾ ਤੁਹਾਨੂੰ ਐਡਾ ਵੱਡਾ ਇੱਕ ਨਾਯਾਬ ਤੋਹਫਾ ਔਰ ਤੁਸੀਂ ਮੰਨੋਗੇ ਇਸ 'ਚ ਕੋਈ ਖਰਚਾ ਨਹੀਂ ਲੱਗਿਆ ਕਿ 1 ਰੁਪਇਆ ਵੀ ਸਿਰਫ ਐਮਬੈਸੀ ਫੀਸ ਭਰੀ ਹੈ ਰਾਈਟ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਸੀ ਸਾਡਾ ਲੱਗਿਆ ਔਰ ਲੋਕੀ ਇਸ ਪੈਸੇ ਲਈ ਇੰਨੇ ਲੱਖ ਰੁਪਇਆ ਦਿੰਦੇ ਨੇ ਔਰ ਤਾਂ ਵੀ ਨਹੀਂ ਮਿਲਦਾ। ਲੋਕੀ 2-2 ਨੰਬਰ ਦੇ ਵਿੱਚ ਲਾ ਕੇ ਡੌਂਕੀਆਂ ਪਤਾ ਨਹੀਂ ਕਿੱਥੋਂ ਆਪਣੇ ਜਾਨਾਂ ਦਾ ਰਿਸਕ ਲੈ ਕੇ ਉੱਥੇ ਪਹੁੰਚਦੇ ਨੇ ਜਾਂ ਤੇ ਨਹੀਂ ਪਹੁੰਚਦੇ। ਸੋ ਦੋਸਤੋ ਮਤਲਬ ਮੈਨੂੰ ਇੱਦਾਂ ਲੱਗਦਾ ਆ ਕਿ ਜੇ ਸਾਨੂੰ ਬਿਨਾਂ ਕਿਸੇ ਇਨਵੀਟੇਸ਼ਨ ਤੋਂ ਬਿਨਾਂ ਕਿਸੇ ਬਹੁਤ ਲੰਬੇ ਚੌੜੇ ਫੰਡਸ ਤੋਂ ਸਿਰਫ ਔਰ ਸਿਰਫ ਸੱਚਾਈ ਤੇ
ਔਰ ਜੋ ਇੱਥੇ ਉਹਨਾਂ ਨੇ ਕੀਤਾ ਸੀ ਇੰਡੀਆ ਦੇ ਵਿੱਚ, ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈ ਤੁਹਾਡਾ, ਚਾਹੇ ਇਨ ਫਾਰਮ ਆਫ ਤੁਹਾਡੀ ਜੌਬ ਹੈ, ਇਨ ਫਾਰਮ ਆਫ ਤੁਸੀਂ ਟੈਕਸ ਪੇ ਹੋ, ਇਨ ਫਾਰਮ ਤੁਸੀਂ ਸੋਸ਼ਲ ਵਰਕਰ ਹੋ, ਤੁਹਾਡੀ ਉਸ ਡਿਗਨਿਟੀ ਦੇ ਬੇਸ 'ਤੇ ਵੀ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਹੈ, ਨਾ ਕਿ ਤੁਹਾਡੇ ਫੰਡਸ ਜਾਂ ਬਾਹਰੋਂ ਤੁਹਾਨੂੰ ਇਨਵੀਟੇਸ਼ਨ ਕਿੰਨੀ ਵੱਡੀ ਹੈ। ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਸੋ ਥੋੜ੍ਹਾ ਜਿਹਾ ਐਂਡ 'ਤੇ ਮੰਮੀ ਵੀ ਐਕਸਪੀਰੀਅੰਸ ਸਾਂਝਾ ਕਰਨਗੇ, ਦੇਰ ਆਫਟਰ ਫਿਰ ਆਪਾਂ ਨੂੰ ਰੈਪ ਅਪ ਕਰਾਂਗੇ। ਬਸ ਬੇਟੇ ਤੈਨੂੰ ਤਾਂ ਸਾਰਾ ਪਤਾ ਹੀ ਹੈ ਮੇਰੇ ਬਾਰੇ, ਹੈ ਨਾ। ਹਾਂਜੀ ਬਸ ਇੱਕੋ ਵਾਰੀ ਮਾਲਕ ਨੇ ਕੁਝ ਖਿਆਲ ਦਿੱਤਾ ਜੀ। ਤੇ ਇਹ ਅੰਦਰੋਂ ਉੱਠੀ ਕਿ ਕਾਫੀ ਲੰਮਾ ਸਮਾਂ ਮੇਰੇ ਪਾਪਾ ਨੇ ਸਰਵਿਸ ਕੀਤੀ ਸੀ ਤੇ ਮੈਂ ਕਿਤੇ ਇਸ ਤੋਂ ਬਾਹਰ ਨਹੀਂ ਕਿਤੇ ਸੀ ਘੁੰਮਣ ਗਏ। ਆਪਣੇ ਇੰਡੀਆ ਵਿੱਚ ਇੱਕ ਦੋ ਥਾਵਾਂ 'ਤੇ ਗਏ ਹਾਂ ਅਸੀਂ, ਪਰ ਜਦੋਂ ਅਸੀਂ ਇੱਧਰੋਂ ਚਲੋ ਵਿਹਲੇ ਹੋ ਗਏ ਤੇ ਤੁਹਾਡੀਆਂ ਵਿਆਹ ਸ਼ਾਦੀਆਂ ਮੁਕਾ ਤੇ ਫਿਰ ਸਾਨੂੰ ਐਂ ਲੱਗਿਆ ਵੀ ਹੁਣ ਮਾਲਕ ਨੇ ਸਾਨੂੰ ਕਬੀਲਦਾਰੀ ਤੋਂ ਕੁਝ ਵਿਹਲਾ ਕੀਤਾ ਹੈ ਵੀ ਆਪਣਾ ਘੁੰਮਣ ਨੂੰ ਦਿਲ ਕਰਦਾ ਹੈ। ਤੇਰੇ ਨਾਲ ਮੈਂ ਸਲਾਹ ਪੁੱਤ ਕੀਤੀ ਵੀ ਬੇਟਾ ਦੇਖ ਲੈ ਨਾ, ਮੇਰਾ ਦਿਲ ਕਰਦਾ ਹੈ। ਤੇ ਮੈਨੂੰ ਵੀ ਅੰਦਰੋਂ ਉੱਠਿਆ ਵੀ ਨਹੀਂ ਜਾਣਾ ਤੇ ਅਮਰੀਕਾ 'ਚ ਜਾਣਾ, ਬਾਕੀ ਬਾਅਦ 'ਚ ਦੇਖਾਂਗੇ। ਚਲੋ ਮਾਲਕ ਨੂੰ ਜਿਵੇਂ ਤੁਸੀਂ ਦੱਸਿਆ ਧਿਆਉਂਦੀ ਰਹੀ, ਅਰਦਾਸਾਂ ਕਰਦੀ ਰਹੀ ਤੇ ਇੱਕ ਦਿਨ ਉਹ ਸਮਾਂ ਮੇਰੇ ਵਾਸਤੇ ਆ ਹੀ ਗਿਆ। ਚਲੋ ਜੀ ਚੱਲੀਏ, ਅੱਜ ਮੰਮਾ ਤੈਨੂੰ ਲੈ ਕੇ ਜਾਂਦੇ ਹਾਂ। ਸਿਰ ਤੇ ਥੋੜ੍ਹੀ ਜਿਹੀ ਉਦੋਂ ਵੀ ਆਏ ਸੀ, ਪਰ ਅੱਜ ਨਾਲ ਚੰਗੀ ਸੀ। ਤੇ ਬਸ ਜਦੋਂ ਸਾਨੂੰ ਬਹੁਤ ਲੋਕਾਂ ਨੇ ਉੱਥੇ ਸਲਾਹਾਂ ਦਿੱਤੀਆਂ, ਤੁਸੀਂ ਬੋਲੇ ਹੋ, ਠੀਕ ਬੋਲੇ ਹੋ, ਇੱਦਾਂ ਹੀ ਹੋਇਆ। ਤੇ ਐਂ ਬੋਲਣਾ ਮੈਨੂੰ ਸਗੋਂ ਥੋੜ੍ਹਾ ਜਿਹਾ ਹੋਵੇ ਕਿ ਮੈਂ ਤੇ ਪੰਜਾਬੀ ਹੀ ਬੋਲ ਸਕਦੀ ਸੀ, ਮੈਂ ਕੋਈ ਬਹੁਤ ਜ਼ਿਆਦਾ ਅੰਗਰੇਜ਼ੀ ਨਹੀਂ ਸੀ ਬੋਲ ਸਕਦੀ। ਚਲੋ ਉਹ ਆਪਾਂ ਨੂੰ ਆਮ ਘਰਾਂ ਵਿੱਚ ਬੋਲ ਹੀ ਲੈਂਦੇ ਹਾਂ, ਤੇ ਉਹੀ ਚੀਜ਼ਾਂ ਮੈਂ ਕੁਛ ਮੇਰੇ ਖਿਆਲ 'ਚ ਆ ਗਈਆਂ। ਤੇ ਜਦੋਂ ਦੇ ਉਹੀ ਜੋ ਤੂੰ ਦੱਸਿਆ ਮੇਰੇ ਪਾਪਾ ਦਾ ਫੈਲ ਛੁੱਟ ਗਈ ਇੱਥੋਂ, ਤੇ ਕਾਫੀ ਉਹ ਇੱਦਾਂ ਕਰਕੇ ਉਹ ਲੱਗੀਆਂ ਹੁੰਦੀਆਂ ਨੇ ਜਿੱਦਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਦੇ ਉਹ ਚੀਜ਼ਾਂ, ਤੇ ਉਹਨਾਂ ਦੇ ਵਿੱਚ ਨੰਬਰਵਾਰ ਸਾਡਾ ਜਦੋਂ ਨਾਂ ਬੋਲਿਆ ਗਿਆ ਤੇ ਤੇਰੇ ਬਾਬਾ ਅੱਛਾ ਕਾਊਂਟਰ ਨੇ ਮੱਥਾ ਤਾਂ ਥੱਲੇ ਨਹੀਂ, ਬਸ ਜਿੱਦਾਂ ਉੱਥੇ ਗੁਰਦੁਆਰੇ ਆਪਾਂ ਮੱਥਾ ਟੇਕਦੇ ਪ੍ਰਸ਼ਾਦ ਕਰਾਉਂਦੇ ਆ ਤੇ ਆਪਾਂ ਨੰਬਰਵਾਰ ਪਿੱਛੇ ਲੈਣਾ ਤੇ ਅੱਛਾ ਲਾਈਨਾਂ ਵਿੱਚ ਹੈ ਨਾ। ਮੈਂ ਸਿੱਧਾ ਕਰਕੇ ਤਾਂ ਦੱਸ ਰਹੀ ਹਾਂ। ਤੇ ਉਹ ਸਾਨੂੰ ਕਾਫੀ ਉਤਰਾ ਘੁੰਮਣਾ ਪਿਆ ਇੱਦਾਂ ਦਾ ਕਰਕੇ। ਇਹਨਾਂ ਦੇ ਹੱਥ 'ਚ ਫੈਲ ਸੀ ਤੇ ਛੁੱਟ ਗਈ, ਸਾਰਾ ਵਿਖਰ ਗਈ ਇੱਧਰ ਉੱਧਰ। ਚਲੋ ਉਹ ਫੜੀ ਗਈ ਤੇ ਮੈਂ ਆਪਣੇ ਸਤਿਗੁਰ ਦੇ ਅੱਗੇ ਦੁਆਵਾਂ ਅੰਦਰ ਖਾਤੇ ਕਰਦੀ ਰਹੀ, ਜੋ ਵੀ ਸਾਨੂੰ ਉਹਨਾਂ ਦਾ ਗੁਰਮੰਤਰ ਦਿੱਤਾ ਜਾਂ ਨਾਅਰਾ ਦਿੱਤਾ ਅਸੀਂ ਲਾਉਂਦੇ ਗਏ। ਤੇ ਮੈਂ ਜੋ ਨੇੜੇ ਜਾਵਾਂ ਥੋੜ੍ਹਾ ਜਿਹਾ ਮਨ 'ਤੇ ਘਬਰਾਏ ਵੀ ਪਤਾ ਨਹੀਂ ਕਿੱਦਾਂ ਮੁੜਨਾ ਇੱਥੋਂ ਜਾਂ ਕੀ ਹੈ, ਜਾਂ ਬੜੀ ਆਸ ਰੱਖ ਕੇ ਅਸੀਂ ਆਏ ਹਾਂ। ਪਰ ਐਸੀ ਮਾਲਕ ਨੇ ਅੰਦਰੋਂ ਤਾਕਤ ਦਿੱਤੀ, ਉੱਥੇ ਕੁਝ ਪਤਾ ਹੀ ਨਹੀਂ ਲੱਗਿਆ। ਤੇ ਜੋ ਤੇਰੇ ਪਾਪਾ ਨੂੰ ਕਦੋਂ ਗੱਲ ਉਹ ਪੁੱਛਿਆ, ਉਹਨਾਂ ਨੇ ਸਹੀ ਜਵਾਬ ਉਹਨਾਂ ਨੇ ਦਿੱਤਾ ਹੈ, ਜੋ ਉਹਨਾਂ ਨੇ ਮੈਨੂੰ ਕੋਈ ਜਾਂ ਮੈਂ ਦਿੱਤਾ ਹੈ। ਜੇ ਉਹਨਾਂ ਨੇ ਸਾਡੇ ਕੋਲ ਤੀਜੀ ਗੱਲ ਹੀ ਨਹੀਂ ਪੁੱਛੀ, ਮੇਰੇ ਕੋਲ ਤਾਂ ਉਹ ਦੂਜੀ ਦੀ ਨਹੀਂ ਚੱਜ ਨਾਲ ਪੁੱਛੀ। ਕਹਿੰਦਾ ਠੀਕ ਹੈ ਜੀ, ਓਕੇ ਵੇ ਜੀ, ਜਾਓ ਤੁਹਾਡਾ ਵੀਜ਼ਾ ਲੱਗ ਗਿਆ। ਬਸ ਇੰਨੀ ਖੁਸ਼ੀ ਅੰਦਰੋਂ ਹੋਈ, ਇੰਨੀ ਹੋਈ ਵੀ ਐਂ ਲੱਗਿਆ ਵੀ ਮੈਂ ਇੱਕ ਤਰ੍ਹਾਂ ਦੀ ਪਹੁੰਚ ਹੀ ਗਈ ਹਾਂ, ਮੈਂ ਅਮਰੀਕਾ ਪਹੁੰਚ ਹੀ ਗਈ ਹਾਂ। ਤੇ ਵਾਪਸ ਜਦੋਂ ਤੁਹਾਡੇ ਕੋਲ ਪਹੁੰਚਿਆ ਤੈਨੂੰ ਪਤਾ ਹੀ ਹੈ, ਫਿਰ ਚਿਹਰੇ ਦੇ ਉੱਤੇ ਤੇ ਫਿਰ ਤੇਰਾ ਦੋਸਤ ਵੀ ਨਾਲ ਸੀ ਇੱਕ, ਤੇ ਫਿਰ ਐਂ ਲੱਗੇ ਵੀ ਵਾਹ ਓਏ ਮਾਲਕਾ ਤੇਰੇ ਘਰ ਬਹੁਤ ਖੁਸ਼ ਹੈ, ਅਸੀਂ ਮੰਗਣਾ ਹੀ ਨਹੀਂ ਜਾਣਦੇ, ਤੇਰੇ ਕੋਲ ਤਾਂ ਬਹੁਤ ਖੁਸ਼ ਹੈ। ਬਸ ਉੱਥੇ ਆਪਾਂ ਗੱਡੀ ਬੈਠੇ, ਖਾਣਾ ਖਾਧਾ ਬੜੇ ਚਾਵਾਂ ਨਾਲ, ਘਰ ਆਏ, ਫਿਰ ਕੁਛ ਡੱਬੇ ਵੀ ਰਸਤੇ 'ਚ ਖਰੀਦੇ, ਕੋਈ ਤੇਰੇ ਮਿੱਤਰ ਦੋਸਤਾਂ ਤੋਂ ਉਹਨਾਂ ਨੂੰ ਕੱਪਾ ਘਰੇ ਲੈ ਕੇ ਆਏ। ਬਸ ਇਹ ਆਖਾਂ ਮਾਲਕਾ ਚਲੋ ਜਾਣਾ ਨਾ ਜਾਣਾ ਤਾਂ ਆਪਾਂ ਬਾਅਦ 'ਚ, ਬਸ ਮੇਰਾ ਵੀਜ਼ਾ ਲੱਗ ਜੇ। ਬਸ ਕੋਈ ਨਹੀਂ ਜੀ, ਅਜੇ ਵੀ ਮਾਲਕ ਦੇ ਘਰ ਦੀ ਪੂਰੀ ਆਸ ਹੈ। ਥੋੜ੍ਹੀ ਜਿਹੀ ਸਿਹਤ ਖਰਾਬ ਹੋ ਗਈ ਹੈ ਤੇ ਉਹ ਮਾਲਕ ਕਰਨਗੇ ਠੀਕ, ਪਰ ਆਸ ਪੂਰੀ ਹੈ, ਜਾਣਾ ਜ਼ਰੂਰ ਹੈ ਇੱਕ ਦਿਨ, ਇਹ ਤਮੰਨਾ ਜ਼ਰੂਰ ਹੈ ਤੇ ਮਾਲਕ ਜ਼ਰੂਰ ਭੇਜਣਗੇ, ਕੀ ਆਸ ਹੈ। ਪ੍ਰੋਬਲਮ ਆ ਗਈ ਸੀ, ਉਸ ਤੋਂ ਬਾਅਦ ਅਜੇ ਵੀ ਥੋੜੀ ਪ੍ਰੋਬਲਮ ਹੈਗੀਆਂ ਨੇ, ਤੁਰ ਨਹੀਂ ਸਕਦੇ। ਸੋ ਆਈ ਵਿਲ ਟਰਾਈ ਹੈ ਨਾ ਕਿ ਜੇ ਇਫ ਆਈ ਵੁੱਡ ਆਈ ਗੈਟ ਹੈ ਨਾ ਕਿ USA ਵੀਜ਼ਾ, ਤੇ ਮੈਂ ਟਰਾਈ ਕਰੂੰਗਾ। ਮੈਂ ਟਰਾਈ ਨਹੀਂ ਕੀਤਾ ਔਨ ਦੇਅਰ ਬਿਹਾਫ, ਤੇ ਬਾਕੀ ਮੈਂ ਉਹਨਾਂ ਨੂੰ ਇਹ ਗੱਲ ਦੇਖ ਲਾਂਗਾ, ਕਹਿ ਲਾਂਗਾ ਕਿ ਮੰਮੀ ਯਾਰੀ ਔਰ ਮੇਰੇ ਡੈਡੀ ਨੂੰ ਤੁਸੀਂ ਵੀਜ਼ਾ ਦਿੱਤਾ ਸੀ, ਬਟ ਉਹ ਕਿਸੇ ਕਾਰਨ ਵਸ ਥੋੜ੍ਹਾ ਜਿਹਾ ਘੁੰਮ ਨਹੀਂ ਸਕੇ। ਤੇ ਉਸ ਤੋਂ ਬਾਅਦ ਹੁਣ ਥੋੜ੍ਹਾ ਜਿਹਾ ਏਜ ਫੈਕਟਰ ਹੈ ਐਂਡ ਉਹਨਾਂ ਨੂੰ ਕੋਈ ਨਾ ਕੋਈ ਗੁੱਡ ਟੇਕ ਕੇਅਰ ਚਾਹੀਦਾ ਆ, ਤੇ ਜਾਂ ਉਹ ਦੇਖਾਂਗੇ ਜੋ ਟਾਈਮ ਆਏਗਾ, ਦੇਖਦੇ ਹਾਂ। ਜੇ ਉਹਨਾਂ ਨੇ ਦਿੱਤਾ ਤਾਂ ਠੀਕ ਹੈ, ਜੇ ਨਹੀਂ ਦਿੱਤਾ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਆਪਾਂ ਕੰਮ ਤਾਂ ਇੰਡੀਆ 'ਚ ਕਰਨਾ ਰਹਿਣਾ, ਵੀ ਆਪਾਂ ਇੰਡੀਆ 'ਚ ਹੀ ਹੈ। ਸੋ ਇਹ ਤਾਂ ਇੱਕ ਟਰਾਈ ਹੋਏਗੀ। ਤੇ ਬਾਕੀ ਮੈਨੂੰ ਦੋਸਤੋ ਕੋਈ ਬਹੁਤਾ ਕਰੇਜ਼ ਨਹੀਂ ਹੈਗਾ ਬਾਹਰ ਜਾਣ ਦਾ। ਠੀਕ ਹੈ, ਇੱਕ ਟਾਈਮ ਦੇ ਵਿੱਚ ਰੋਜ਼ੀ ਰੋਟੀ ਦਾ ਮਸਲਾ ਹੁੰਦਾ, ਬੰਦਾ ਸੋਚਦਾ ਹੈ ਤੇ ਥੋੜ੍ਹੀ ਜ਼ਰੂਰਤਾਂ ਹੁੰਦੀਆਂ ਨੇ, ਉਸ ਤਰੀਕੇ ਨਾਲ ਬੰਦਾ ਜ਼ਰੂਰ ਸੋਚਦਾ। ਲੇਕਿਨ ਅੱਜ ਦੇ ਟਾਈਮ ਜਦੋਂ ਟਾਈਮ ਲੰਘ ਗਏ ਹੈ ਨਾ ਜ਼ਿੰਦਗੀ ਦੇ, ਹੁਣ ਸਾਨੂੰ ਜਿਹੜੀ ਬੰਦੇ ਨੂੰ ਹੁੰਦਾ ਕਿ ਸੈਟਿਸਫੈਕਸ਼ਨ, ਫੈਮਿਲੀ ਸੈਟਿਸਫੈਕਸ਼ਨ,
ਤੁਹਾਡਾ ਕੰਫਰਟ ਥੋੜਾ ਜਿਹਾ ਕਿੱਥੇ ਲੱਗਦਾ ਹੈ ਵੀ ਚਲੋ ਕੋਈ ਨਹੀਂ, ਮਾਂ ਪਿਓ ਨੇ ਇੱਥੇ ਸਾਰਾ ਕੁਝ ਹੈ, ਫਿਰ ਬੰਦੇ ਦੀ ਉਹ ਚੀਜ਼ਾਂ ਜ਼ਹਿਨੀ ਤੌਰ ਤੇ ਆਉਂਦੀਆਂ। ਹਾਂ, ਘੁੰਮਣਾ ਫਿਰਨਾ ਕੋਈ ਬੁਰੀ ਗੱਲ ਨਹੀਂ, ਘੁੰਮਣਾ ਫਿਰਨਾ ਚਾਹੀਦਾ ਆ। ਤੇ ਇਹ ਨਹੀਂ ਆਪਾਂ ਕਹਿੰਦੇ ਕਿ USA ਬਹੁਤ ਵੱਡੀ ਗੱਲ ਹੈ ਜੀ, ਜ਼ਿੰਦਗੀ 'ਚ ਕਿਸੇ ਦਾ ਲੱਗ ਹੀ ਨਹੀਂ ਸਕਦਾ ਜੀ, ਕੈਨੇਡਾ ਕਿਸੇ ਦਾ ਲੱਗ ਹੀ ਨਹੀਂ ਸਕਦਾ, ਇਹ ਲੱਗ ਜਾਂਦਾ ਆ। ਪਰ ਹਾਂ, ਮੈਂ ਕਹਿੰਦਾ ਤੁਹਾਡੀ ਸਹੀ ਅਪਰੋਚ ਹੋਣੀ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੀ। ਸਹੀ ਅਪਰੋਚ ਦੇ 2 ਜਾਂ 3 ਪੈਰਾਮੀਟਰਸ ਨੇ। ਇੱਕ ਤਾਂ ਤੁਹਾਡੇ ਤੇ ਪਰਵਰਦੀਗਾਰ ਦੀ ਨਿਗਾਹ ਹੋਣੀ, ਸਭ ਤੋਂ ਵੱਡੀ ਗੱਲ। ਦੂਸਰਾ, ਜਿਹੜਾ ਤੁਸੀਂ ਜਾ ਰਹੇ ਹੋ ਤੁਸੀਂ ਕਲੀਅਰ ਹੋਣੇ ਚਾਹੀਦੇ ਹੋ, ਚਾਹੇ ਉਹ ਰਿਟਨ ਦੇ ਵਿੱਚ ਹੋਵੇ, ਚਾਹੇ ਤੁਹਾਡੇ ਇੰਟਰਵਿਊ ਹੋਵੇ, ਕਿ ਮੈਂ ਮੇਰਾ ਬਾਇਓਡਾਟਾ ਤੇ ਮੈਂ ਕਰਨਾ ਆ, ਦੈਟਸ ਅਬਾਊਟ ਇਟ। ਨਾ ਲੱਲਾ ਨਾ ਪੱਪਾ, ਜ਼ਿਆਦਾ ਕੁਛ ਨਹੀਂ ਉਹਨਾਂ ਨੂੰ ਆਪਾਂ ਮਿਕਸ ਕਰਕੇ ਨਹੀਂ ਦੇਣਾ। ਇੰਨੀ ਕੁ ਚੀਜ਼ ਹੈ ਤਾਂ ਇੰਨੀ ਦੇਣੀ ਹੈ, ਇੰਨੀ ਨਹੀਂ ਕਰਨੀ ਉਹ। ਮਤਲਬ ਸਿੰਪਲੀਫਾਈ ਹੈ ਨਾ, ਸਿੰਪਲ ਅਪਰੋਚ ਚਾਹੀਦੀ ਹੈ ਸਾਨੂੰ। ਤੇ ਨੰਬਰ 3 ਇਹ ਆ ਕਿ ਜੋ ਵੀ ਤੁਹਾਡੀ ਡਾਕੂਮੈਂਟੇਸ਼ਨ ਆ, ਪਾਸਪੋਰਟ ਆ, ਜੋ ਵੀ ਆ, ਇਨਵੀਟੇਸ਼ਨ ਆ ਜਾਂ ਹੋਟੇਲਸ ਨੇ ਜਾਂ ਕੁਛ ਵੀ ਤੁਸੀਂ ਨਾਲ ਆਪਣਾ ਟਰੈਵਲ ਪਲਾਨ ਲਾਇਆ, ਆਈਟਨਰੀ ਲਾਈ ਆ, ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਟੂਰਿੰਗ ਦੀ, ਕਿ ਮੈਂ ਕਿੰਨੇ ਵਜੇ ਕਿੱਥੋਂ ਚੱਲਣਾ, ਅੱਗੇ ਜਾ ਕੇ ਮੈਂ ਕਿਹੜੇ ਹੋਟਲ 'ਚ ਠਹਿਰਨਾ, ਫਿਰ ਉੱਥੋਂ ਮੈਂ ਕਿਹੜੀ ਚੀਜ਼ ਘੁੰਮਣੀ ਆ, ਫਿਰ ਮੈਂ ਉੱਥੋਂ ਦੀ ਕਿੱਥੇ ਜਾਣਾ ਆ। ਸੋ ਉਸ ਟਾਈਮ ਅਮਰੀਕਾ ਤੇ UK 'ਚ ਸੀ ਮੈਡਮੇ ਟੂਜ਼ਾਰਡਸ ਅਤੇ ਮੋਮਬੱਤੀਆਂ, ਜਿਹੜੇ ਮੋਮ ਵਾਲੇ ਬੁੱਤ ਹੁੰਦੇ ਨੇ, ਅਸੀਂ ਉਹ ਸਾਰਾ ਕੁਛ ਇਹਨਾਂ ਨੂੰ ਕਰਕੇ ਪਾਪਾ ਉਹਨਾਂ ਨੂੰ ਲਟਾਇਆ ਸੀ ਅਸੀਂ ਉਸ ਟਾਈਮ। ਸੋ ਇਹ ਜਿਹੜੀ ਤੁਹਾਡਾ ਰੂਟ ਹੈ, ਉਹ ਰੂਟ ਬਾਰੇ ਤੁਹਾਨੂੰ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਮਤਲਬ ਜੇ ਤੁਸੀਂ ਰਿਟਨ 'ਚ ਦੇ ਰਹੇ ਹੋ, ਡਾਕੂਮੈਂਟ ਦੇ ਰਹੇ ਹੋ, ਫਿਰ ਤੁਹਾਡਾ ਜਿਹੜਾ ਸਟੇਟਮੈਂਟ ਆਫ ਪਰਪਸ ਹੈ ਜਾਂ ਤੁਹਾਡਾ ਕਵਰਿੰਗ ਲੈਟਰ ਹੈ, ਉਹ 'ਚ ਕੋਈ ਰਿਲੇਸ਼ਨ ਹੈ, ਉਹਨੂੰ ਪ੍ਰੋਪਰ ਟਰੀ ਦੇ ਨਾਲ ਉਹਨੂੰ ਐਕਸਪਲੇਨ ਕਰੋ, ਜਾਂ ਤੁਸੀਂ ਉਹਨਾਂ ਨੂੰ ਪ੍ਰੋਪਰ ਐਕਸਪਲੇਨੇਸ਼ਨ ਦਿਓ। ਜੇ ਕੋਈ ਵੀ ਕਿਸੇ ਵੀ ਤਰੀਕੇ ਦਾ ਤੁਸੀਂ ਡਾਕੂਮੈਂਟਰੀ ਜਾਂ ਵਰਬਲੀ ਤੁਸੀਂ ਰਿਲੇਸ਼ਨ ਜਾਂ ਕੁਝ ਵੀ ਉੱਥੋਂ ਦੀ ਲਾ ਰਹੇ ਹੋ, ਉਹਦੇ ਹਰ ਚੀਜ਼ ਦਾ ਰਿਟਨ 'ਚ ਪ੍ਰੂਫ ਦਿਓ। ਸੋ ਜੇ ਤੁਸੀਂ ਕਾਗਜ਼ੀ ਕੰਮ ਕਰ ਰਹੇ ਹੋ ਤਾਂ ਤੁਹਾਡੇ ਕਾਗਜ਼ ਬੋਲਣੇ ਚਾਹੀਦੇ ਆ, ਜੇ ਤੁਸੀਂ ਬੋਲ ਰਹੇ ਹੋ ਤਾਂ ਤੁਹਾਡੀ ਜ਼ੁਬਾਨ ਫਿਰ ਵਰਡ ਟੂ ਵਰਡ ਉਹੀ ਚੀਜ਼ ਬੋਲਣੀ ਚਾਹੀਦੀ ਹੈ ਜੋ ਤੁਸੀਂ ਉਹਨਾਂ ਨੂੰ ਇਨ ਫਰੰਟ ਆਫ ਕੋਈ ਡਾਕੂਮੈਂਟ ਪ੍ਰੋਡਿਊਸ ਕੀਤਾ ਜਾਂ ਦਿੱਤਾ ਹੈ। ਸੋ ਦੋਸਤੋ, ਵੀਡੀਓ ਦਾ ਐਂਡ ਕਰਦੇ ਹਾਂ ਤਾਂ ਤੁਸੀਂ ਦੱਸਣਾ ਤੁਹਾਨੂੰ ਸਾਡਾ ਐਕਸਪੀਰੀਅੰਸ ਕਿਵੇਂ ਦਾ ਲੱਗਿਆ ਜਾਂ ਸਾਡੀ ਵੀਡੀਓ ਕਿਵੇਂ ਦੀ ਲੱਗੀ, ਔਰ ਤੁਸੀਂ ਮੋਟੀਵੇਟ ਵੀ ਹੋ ਮੈਂ ਤਾਂ ਇਹ ਕਹਿਣਾ। ਸੋ ਇਸੇ ਦੇ ਨਾਲ ਹੀ ਆਪਾਂ ਅੱਜ ਅੱਗੇ ਲੈਂਦੇ ਹਾਂ ਤੇ ਨੈਕਸਟ ਵੀਡੀਓ ਦੇ ਨਾਲ ਕਹਿੰਦੇ ਜਿੰਨੇ ਵੀ ਮੇਰੇ ਭੈਣਾਂ ਭਰਾ ਨੇ ਜੋ ਸਾਡੀ ਏਜ ਦੇ ਨੇ, ਇੱਛਾ ਰੱਖਦੇ ਨੇ, ਅਪਲਾਈ ਜ਼ਰੂਰ ਕਰਨ। ਤੇ ਮਾਲਕ ਦੇ ਸਭ ਦੇ ਮਾਲਕ ਕੱਲ ਸਵਾਰਦਾ। ਚਲੋ ਦੋਸਤੋ, ਠੀਕ ਹੈ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਅਗਲੀ ਵੀਡੀਓ 'ਚ ਮਿਲਦੇ।